ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਤੇ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਇੱਕ ਵਾਰ ਫਿਰ ਪਿਆ ਵਾਧਾ ਜੀ। ਇਟਲੀ ਦੇ ਵਿੱਚ ਜਿਹੜੀ ਗਿਣਤੀ ਹੈ ਕੱਲ੍ਹ ਦੇ ਨਾਲੋਂ ਵੱਧ ਗਈ ਹੈ ਜੀ। ਇਟਲੀ ਦੇ ਵਿੱਚ 1640 ਨਵੇਂ ਕੇਸ, 995 ਮਰੀਜ਼ ਠੀਕ, 20 ਮਰੀਜ਼ਾਂ ਦੀ ਹੋਈ ਮੌਤ। ਜੇ ਗੱਲ ਕੀਤੀ ਜਾਵੇ ਟੈਸਟਾਂ ਦੀ ਤਾਂ 1,03,696 ਟੈਸਟ ਕੀਤਾ ਗਿਆ ਕੱਲ੍ਹ ਦੇ ਨਾਲੋਂ। 16,393 ਟੈਸਟ ਵੱਧ ਨੇ। ਕੱਲ੍ਹ 87,303 ਟੈਸਟ ਕੀਤੇ ਗਏ ਸੀ। ਤੇ ਗੱਲ ਕਰਦੇ ਹਾਂ ਜੀ ਇੰਡੀਆ ਦੀ। ਇੰਡੀਆ ਦੇ ਵਿੱਚ ਜਿਸ ਟਾਈਮ ਅਸੀਂ ਰਿਕਾਰਡ ਕਰ ਰਹੇ ਹਾਂ ਜੀ 60,538 ਨਵੇਂ ਕੇਸ ਆਏ ਨੇ, 60,929 ਮਰੀਜ਼ ਠੀਕ ਹੈ ਤੇ 591 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਤੇ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ 2,123 ਨਵਾਂ ਕੇਸ ਸਾਹਮਣੇ ਆਇਆ ਜੀ। 21,223 ਮਰੀਜ਼ ਪੋਜ਼ੀਟਿਵ ਚੱਲ ਰਹੇ ਨੇ, 2,117 ਨਵਾਂ ਮਰੀਜ਼ ਠੀਕ ਹੋਏ ਨੇ, 64 ਮਰੀਜ਼ਾਂ ਦੀ ਮੌਤ ਹੋਈ ਹੈ। ਜੇ ਹਰਿਆਣੇ ਦੀ ਗੱਲ ਕਰੀਏ, ਹਰਿਆਣੇ ਦੇ ਵਿੱਚ 1986 ਨਵੇਂ ਕੇਸ, 19,276 ਟੋਟਲ ਪੋਜ਼ੀਟਿਵ ਕੇਸ ਚੱਲ ਰਹੇ ਨੇ, 2,571 2,571 ਮਰੀਜ਼ ਠੀਕ ਹੋਇਆ ਤੇ 27 ਮਰੀਜ਼ਾਂ ਦੀ ਮੌਤ ਹਰਿਆਣੇ ਦੇ ਵਿੱਚ ਹੋ ਚੁੱਕੀ ਹੈ। ਉੱਧਰ ਹੀ ਜੇਕਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ, ਪਾਕਿਸਤਾਨ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 532 ਮਰੀਜ਼ ਨਵੇਂ ਸਾਹਮਣੇ ਆਏ ਨੇ, 8 ਮਰੀਜ਼ਾਂ ਦੀ ਮੌਤ ਹੋਈ ਹੈ, 757 ਮਰੀਜ਼ ਠੀਕ ਹੋਣੇ, 33,744 ਜਿਹੜੇ ਟੈਸਟ ਕੀਤੇ ਗਏ ਨੇ। ਪਾਕਿਸਤਾਨ ਦੇ ਪੰਜਾਬ ਦੇ ਵਿੱਚ 98,602 ਜਿਹੜੇ ਪੋਜ਼ੀਟਿਵ ਹੁਣ ਤੱਕ ਦੇ ਬੰਦੇ ਪਾਏ ਗਏ ਨੇ ਜੀ। ਚੱਲਦੇ ਹਾਂ ਜੀ ਅੱਜ ਦੀਆਂ ਖਬਰਾਂ ਵੱਲ। ਮੋਦਨਾ ਦੇ ਵਿੱਚ 2 ਪੇਸ਼ੈਂਟ ਪੋਜ਼ੀਟਿਵ ਆਏ ਗਏ ਨੇ ਜੋ ਕਿ ਬੈੱਡ ਦੇ ਗਵਾਂਢੀ ਸੀ, ਇੱਕ ਦੂਜੇ ਦੇ ਨਾਲ ਉਹਨਾਂ ਦਾ ਬੈੱਡ ਸੀ। ਪਹਿਲਾਂ 79 ਸਾਲ ਦਾ ਜਿਹਨੂੰ ਪਹਿਲਾਂ ਟੈਸਟ ਕੀਤਾ ਗਿਆ ਤਾਂ ਨੈਗੇਟਿਵ ਆਇਆ, ਤਾਂ ਜਿਸ ਟਾਈਮ ਉਹਨੂੰ ਛੁੱਟੀ ਮਿਲਣੀ ਸੀ ਦੁਬਾਰਾ ਟੈਸਟ ਕੀਤਾ ਗਿਆ ਤਾਂ ਉਹ ਪੋਜ਼ੀਟਿਵ ਆਇਆ ਜੀ। ਦੂਸਰਾ ਜਿਹੜਾ ਉਹਦੇ ਨਾਲ ਦਾ ਪੇਸ਼ੈਂਟ ਆ ਉਹਦੀ ਉਮਰ 71 ਸਾਲ ਆ, ਜੋ ਕਿ ਉਹਦੇ ਨਾਲ ਹੋਣ ਦੇ ਬਾਵਜੂਦ ਪੋਜ਼ੀਟਿਵ ਪਾਇਆ ਗਿਆ ਜੀ। ਲੋਮਬਰਦੀਆ ਦੀ ਗੱਲ ਕੀਤੀ ਜਾਏ ਤਾਂ ਲੋਮਬਰਦੀਆ ਦੇ ਵਿੱਚ 196 ਨਵੇਂ ਕੇਸ ਆਏ ਨੇ, ਤੇ ਪਰ ਫਿਲਹਾਲ ਕਿਸੇ ਵੀ ਮਰੀਜ਼ ਦੀ ਮਰਨ ਦੀ ਮੌਤ ਸਾਹਮਣੇ ਨਹੀਂ ਆਈ। ਡਿਟੇਲ ਦੇ ਵਿੱਚ ਅਸੀਂ ਬਾਅਦ ਵਿੱਚ ਤੁਹਾਡੇ ਨਾਲ ਚੱਲਾਂਗੇ ਜੀ। ਆਖਿਰਕਾਰ ਉਹੀ ਗੱਲ ਹੋਈ ਜੀ ਜਿਹਦਾ ਡਰ ਸੀ। ਇਟਲੀ ਦੇ ਵਿੱਚ ਇੱਕ ਪਾਸੇ ਸ਼ੁਰੂ ਹੋ ਗਿਆ, ਜੇਕਰ ਦੂਸਰੇ ਪਾਸੇ ਵੀ ਦੇਖੋ ਦੇਖੀ ਕਰਨ ਲੱਗ ਗਿਆ ਤਾਂ ਕੰਮ ਖਰਾਬ ਹੋ ਜਾਊਗਾ ਜੀ। ਰੀਮਨੀ ਦੇ ਵਿੱਚ ਇੱਕ ਸਟੂਡੈਂਟ ਪੋਜ਼ੀਟਿਵ ਪਾਇਆ ਗਿਆ ਜੀ, ਜੋ ਕਿ ਜਿਹੜਾ ਸਟੂਡੈਂਟ ਆ ਸਟੇਟ ਤੋਂ ਬਾਹਰ ਕਿਸੇ ਪਾਸੇ ਸ਼ਾਇਦ ਛੁੱਟੀ ਮਨਾਉਣ ਗਿਆ ਜਾਂ ਕਿਸੇ ਵੀ ਕਾਰਨ ਸਟੇਟ ਤੋਂ ਬਾਹਰ ਪੋਜ਼ੀਟਿਵ ਪਾਇਆ ਗਿਆ ਸੀ। ਕਲਾਸ ਦੇ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ, ਸਿਰਫ ਅਤੇ ਸਿਰਫ ਉਹਨਾਂ ਨੂੰ ਇਹੀ ਕਿਹਾ ਗਿਆ, ਰੋਕਿਆ ਨਹੀਂ ਗਿਆ, ਸਿਰਫ ਉਹਨਾਂ ਨੂੰ ਤੰਪੋਨੇ ਕਰਾਉਣ ਲਈ ਕਿਹਾ ਗਿਆ। ਜੇ ਪੋਜ਼ੀਟਿਵ ਆ ਜਾਂ ਨੈਗੇਟਿਵ ਆ, ਸਿਰਫ ਤੰਪੋਨੇ ਤੱਕ ਹੀ ਰੋਕਿਆ ਗਿਆ। ਤੇ ਇਹ ਉਹ ਚੀਜ਼ ਹੈ ਜੀ ਜੋ ਫਰਾਂਸ ਦੇ ਵਿੱਚ ਆਲਰੇਡੀ ਲਾਗੂ ਹੋ ਚੁੱਕੀ ਹੈ। ਜੇ 3 ਬੰਦੇ ਪੋਜ਼ੀਟਿਵ ਹੋਣ ਤਾਂ ਹੀ ਕਲਾਸ ਨੂੰ ਕੁਆਰੰਟਾਈਨ ਕੀਤਾ ਜਾਊਗਾ। ਇਟਲੀ ਦੇ ਵਿੱਚ ਪਹਿਲੀ ਵਾਰ ਇੱਦਾਂ ਦਾ ਕੇਸ ਹੋਇਆ ਕਿ ਇਟਲੀ ਦੇ ਵਿੱਚ ਕਲਾਸ ਵਿੱਚ ਕੋਈ ਆਇਆ ਤਾਂ ਉਹਦੇ ਜਿਹੜੇ ਨਾਲ ਦੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ। ਕੁਆਰੰਟਾਈਨ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ। ਆਖਿਰਕਾਰ ਜੇ ਯੂਰਪ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਦੇਸ਼ ਆ ਜਿਹੜਾ 14 ਦਿਨਾਂ ਤੱਕ ਲੈ ਕੇ ਜਾ ਰਿਹਾ ਤੇ ਬਾਕੀ ਜਿਹਨਾਂ ਨੇ ਘਟਾ ਵੀ ਲਿਆ। ਦੇਖੋ ਜੀ, ਜਿਹੜਾ ਕੁਆਰੰਟਾਈਨ ਦਾ ਟਾਈਮ ਸਮਾਂ ਆ, ਇਹਨੂੰ ਹਰ ਯੂਰਪ ਦੇ ਦੇਸ਼ ਨੇ ਆਪਣੇ ਹਿਸਾਬ ਦੇ ਨਾਲ ਰੱਖਿਆ ਹੋਇਆ ਜੀ। ਤਕਰੀਬਨ ਸਾਰੇ ਪਾਸੇ ਤਾਂ 14 ਦਿਨ ਆ, ਇਟਲੀ ਦੇ ਵਿੱਚ ਵੀ 14 ਦਿਨ ਆ, ਕਿਉਂਕਿ 14 ਦਿਨ ਨੂੰ ਹੀ ਕੁਆਰੰਟਾਈਨ ਅਸਲ 'ਚ ਮੰਨਿਆ ਜਾਂਦਾ। ਪਰ ਜੇ ਗੱਲ ਫਰਾਂਸ ਦੀ ਕੀਤੀ ਜਾਵੇ ਤਾਂ ਫਰਾਂਸ ਦੇ ਗੱਲ ਕੀਤੀ ਹੈ ਜੀ, ਉਹ ਆਪਣਾ ਜਿਹੜਾ ਕੁਆਰੰਟਾਈਨ ਦਾ ਟਾਈਮ ਹੈ 1 ਹਫ਼ਤੇ ਦਾ ਕਰ ਦਊਗਾ। ਤੇ ਆਸਟਰੀਆ ਸਲੋਵੇਨੀਆ ਨੇ ਗੱਲ ਕੀਤੀ ਹੈ 14 ਤੋਂ ਉਹਨਾਂ ਨੇ 10 ਦਿਨਾਂ ਦੇ ਵਿੱਚ ਲਿਆਣਾ। ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਜਿਹੜੇ ਨਾਲ ਦੇ ਦੇਸ਼ ਆ ਉਹਨਾਂ ਦੇ ਨਾਲ ਸਮਝੌਤਾ ਕਰਨ ਨੂੰ ਫਿਰਦੇ ਨੇ ਕਿ ਅਸੀਂ ਵੀ ਇੱਦਾਂ ਹੀ ਦੇਖਦੇ ਹਾਂ। ਬੈਲਜੀਅਮ ਨੇ 1 ਅਕਤੂਬਰ ਤੋਂ ਬਾਅਦ ਜਿਹੜਾ ਕੁਆਰੰਟਾਈਨ ਦਾ ਟਾਈਮ ਆ 1 ਹਫ਼ਤੇ ਦਾ ਕਰ ਦੇਣਾ ਹੈ ਜੀ। ਬ੍ਰਾਜ਼ੀਲ ਵਿੱਚ ਵੀ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੇ ਕੇਸ ਆ ਲਗਾਤਾਰ ਵੱਧ ਰਹੇ ਨੇ, ਇਹਨਾਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੇ। ਪਰ ਫਿਰ ਵੀ ਬ੍ਰਾਜ਼ੀਲ ਦੀ ਜਿੱਦਾਂ ਇੰਡੀਆ ਦੇ ਵਿੱਚ ਅਸੀਂ ਕ੍ਰਿਕਟ ਨੂੰ ਮੰਨਦੇ ਹਾਂ, ਉੱਦਾਂ ਹੀ ਬ੍ਰਾਜ਼ੀਲ ਦੇ ਵਿੱਚ ਆਪਣਾ ਜਿਹੜਾ ਫੁੱਟਬਾਲ ਜਿਹੜਾ ਸਪੋਰਟ ਬਹੁਤ ਹੀ ਜਾਣਿਆ ਮਾਣਿਆ ਸਪੋਰਟ ਆ ਜੀ। ਤੇ ਇਸ ਕਰਕੇ ਉਹਨਾਂ ਨੇ ਸਟੇਡੀਅਮ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਤੇ ਹੁਣ ਦੇਖੀਏ ਕੀ ਹਿਸਾਬ ਦਾ ਹੁੰਦਾ। ਪਰ ਸਾਰਾ ਜਿਹੜਾ ਬ੍ਰਾਜ਼ੀਲ ਹੈ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ, ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਇਹਦੇ ਨਾਲ ਕੀ ਹੋ ਸਕਦਾ ਜੀ, ਜਿਹੜੇ ਪ੍ਰੋਬਲਮ ਵੱਧ ਸਕਦੀ ਆ ਕੇਸਾਂ ਦੀ। ਪਲੇਰਮੋ ਦੇ ਵਿੱਚ ਹੋਰ 9 ਪੋਜ਼ੀਟਿਵ ਆਏ ਨੇ ਜੋ ਕਿ ਔਸਪੀਤੇ ਨੇ। ਔਸਪੀਤੇ ਉਹ ਹੁੰਦਾ ਜੋ ਕਿ ਕਿਸੇ ਨੂੰ ਮਿਲਣ ਆਇਆ ਹੁੰਦਾ। ਸਪੇਰਾਂਸਾ ਮਿਸਿਓਨੇ ਸਪੇਰਾਂਸਾ ਕਾਰੀਤਾ ਦੀ ਵਿਆਜੋ ਕੋਂਤੇ ਦੇ ਵਿੱਚ ਆਏ ਨੇ ਜੀ, ਜਿਹਨੂੰ ਮਿਨੀ ਲਾਕਡਾਊਨ ਵੀ ਕੱਲ੍ਹ ਲਾ ਦਿੱਤਾ ਗਿਆ ਸੀ। ਲੈਂਡ ਦੇ ਵਿੱਚ ਮਈ ਤੋਂ ਬਾਅਦ ਇੱਕ ਨਵਾਂ ਲਿਮਟ ਪਾਈ ਗਈ ਹੈ, ਪਿਕੋ ਪਾਈ ਗਈ ਹੈ ਜੀ 6,178 ਲਾਸਟਲੇ 24 ਘੰਟਿਆਂ ਦੇ ਵਿੱਚ, ਜੋ ਕਿ ਉਹਨਾਂ ਦਾ ਹੁਣ ਤੱਕ ਦਾ ਮੰਨਿਆ ਜਾਣ ਵਾਲਾ ਸਭ ਤੋਂ ਵੱਡਾ ਡੇਟ ਹੈ ਜੀ ਇਹਨਾਂ ਲਾਸਟਲੇ ਮਹੀਨਿਆਂ ਦੇ ਵਿੱਚ।
ਸਕੂਲਾਂ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਸੰਸਥਾ ਹੁੰਦੀ ਹੈ, ਜੋ ਕਮਿਊਨਿਟੀ ਹੁੰਦੀ ਹੈ, ਉਹਨਾਂ ਦੀ ਇੱਕ ਗੱਲਬਾਤ ਐਸੋਸੀਏਸ਼ਨ ਇਹਨਾਂ ਦੀ ਗੱਲ ਸਾਹਮਣੇ ਆਈ ਜੀ। ਉਹ ਕਹਿ ਰਹੇ ਨੇ ਜੀ, ਜੇ ਦੇਖਿਆ ਜਾਵੇ ਤਾਂ ਦੇਖ ਰੇਖ ਕਰਕੇ ਹਿਸਾਬ ਕਿਤਾਬ ਲਾ ਕੇ ਇਹ ਜੋ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਇੰਨਾ ਮਾੜਾ ਵੀ ਨਹੀਂ ਸੀ। ਚਲੋ ਕੋਈ ਨਾ ਕੋਈ ਬਾਦ ਘਾਟ ਕਿਸੇ ਪਾਸੇ ਹੋਈ ਹੈ, ਕੋਈ ਪੋਜ਼ੀਟਿਵ ਹੋਇਆ, ਕੋਈ ਕਿਸੇ ਕਲਾਸ ਨੂੰ ਕੁਆਰੰਟਾਈਨ ਕਰਨਾ ਪਿਆ, ਕਿਸੇ ਸਕੂਲ ਨੂੰ ਬੰਦ ਕਰਨਾ ਪਿਆ, ਪਰ ਫਿਰ ਵੀ ਠੀਕ ਠਾਕ ਆ ਜਿਹੜੇ ਬੰਦੇ ਸਾਰੇ ਚੱਲ ਰਹੇ ਨੇ। ਕਹਿਣ ਦਾ ਮਤਲਬ ਇਸ ਚੀਜ਼ ਨੂੰ ਪੋਜ਼ਿਟਿਵ ਵਿੱਚ ਲੈ ਰਹੇ ਨੇ ਜੀ ਸਕੂਲਾਂ ਦੇ ਪ੍ਰੈਜ਼ੀਡੈਂਟ। ਇਟਲੀ ਦੇ ਹੈਲਥ ਮਿਨਿਸਟਰ ਸੀ ਰੋਬਰਟੋ ਸਪੈਰਾਂਸਾ ਜੀ ਦਾ ਕਹਿਣਾ ਜੀ, ਇੱਕ ਦਿਨ ਦੇ ਵਿੱਚ 1 ਲੱਖ ਟੈਸਟ ਤੱਕ ਅਸੀਂ ਪਹੁੰਚ ਚੁੱਕੇ ਹਾਂ, ਪਰ ਇਸ ਗਿਣਤੀ ਨੂੰ ਹੋਰ ਵਧਾਇਆ ਜਾਊਗਾ। ਉੱਤੇ ਹੀ ਆਪਣੇ ਵਾਈਸ ਮਿਨਿਸਟਰ ਜੋ ਕਿ ਹਮੇਸ਼ਾ ਹੈਲਥ ਡਿਪਾਰਟਮੈਂਟ ਦੇ ਵਾਈਸ ਮਿਨਿਸਟਰ ਨੇ, ਜਿਨ੍ਹਾਂ ਦਾ ਨਾਮ ਸਿਲੇਰੀ ਹੈ ਜੀ, ਉਹ ਕਹਿ ਰਹੇ ਨੇ ਕਿ ਇਹ ਜੋ ਪੀਅਰ ਪਾਓਲੋ ਸਿਲੇਰੀ ਉਹਨਾਂ ਦਾ ਨਾਮ, ਉਹ ਕਹਿ ਰਹੇ ਨੇ ਜੀ, ਇਹ ਜੋ ਵਾਇਰਸ ਹੈ ਸਾਡੇ ਅੰਡਰ ਕੰਟਰੋਲ ਦੇ ਵਿੱਚ ਆ, ਪਰ ਪਤਾ ਨਹੀਂ ਕਿਉਂ ਇਹ ਜਿਹੜੀਆਂ ਗਿਣਤੀਆਂ ਲਗਾਤਾਰ ਵੱਧ ਰਹੀਆਂ ਤਾਂ ਇਸ ਉੱਤੇ ਕਾਬੂ ਪਾਉਣਾ ਸਾਡੇ ਕੋਲ ਮੁਸ਼ਕਲ ਹੈ ਜੀ। ਸਾਡੀਆਂ ਖਬਰਾਂ ਦੇ ਵਿੱਚ ਤੁਸੀਂ ਐਂਥੋਨੀ ਫਾਊਚੀ ਦਾ ਨਾਮ ਵੀ ਬਹੁਤ ਵਾਰ ਸੁਣਿਆ ਹੋਣਾ, ਜੋ ਕਿ ਛੂਤ ਦੇ ਬਿਮਾਰੀਆਂ ਦੇ ਐਕਸਪਰਟ ਨੇ ਅਮਰੀਕਾ ਦੇ ਵਿੱਚ। ਉਹਨਾਂ ਦੇ ਇੱਕ ਬਿਆਨ ਆਇਆ ਜੀ, ਜਿਸ ਬਿਆਨ ਦੇ ਵਿੱਚ ਜੋ ਬਿਆਨ ਉਹਨਾਂ ਨੇ ਇੱਕ ਮੈਗਜ਼ੀਨ ਹੈ ਬ੍ਰਿਟਿਸ਼ ਮੈਡੀਕਲ ਜਰਨਲ ਉਹਨਾਂ ਨੂੰ ਦਿੱਤਾ ਜੀ, ਉਹਦੇ ਵਿੱਚ ਕਿਹਾ ਜੀ ਸਿਰਫ ਜੇ ਅਸੀਂ ਹਰ ਇੱਕ ਬੰਦਾ ਇਸ ਟਾਈਮ ਦੁਨੀਆ ਦੇ ਵਿੱਚ ਦੇਖ ਰਿਹਾ ਜੀ, ਇਸ ਦਵਾਈ ਦੀ, ਇਸ ਵਾਇਰਸ ਦੀ, ਇਸ ਬਿਮਾਰੀ ਦੀ ਦਵਾਈ ਕਦ ਬਣਨੀ ਹੈ, ਵੈਕਸੀਨ ਕਦ ਬਣਨੀ ਹੈ, ਪਰ ਜੇ ਅਸੀਂ ਸਿਰਫ ਇਹੀ ਮਨ 'ਚ ਤਾਰ ਕੇ ਚੱਲੀਏ ਕਿ ਸਿਰਫ ਵੈਕਸੀਨ ਦੇ ਨਾਲ ਹੀ ਇਸ ਵਾਇਰਸ ਦਾ ਨਾਸ਼ ਹੋ ਜਾਊਗਾ, ਮਰ ਜਾਊਗਾ, ਤਾਂ ਫਿਰ ਇਹ ਸੋਚਣਾ ਬਹੁਤ ਹੀ ਗਲਤ ਹੈ, ਕਿਉਂਕਿ ਵੈਕਸੀਨ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ। ਸੋਸ਼ਲ ਡਿਸਟੈਂਸ, ਮਾਸਕ, ਇਹ ਸਭ ਚੀਜ਼ਾਂ ਦੀ ਲੋੜ ਪੈਣੀ ਹੈ, ਕਿਉਂਕਿ ਇਹ ਵੈਕਸੀਨ ਇੱਕ ਕੰਮ ਕਰਨਾ ਛਤਰੀ ਦੀ ਤਰ੍ਹਾਂ। ਮੀਂਹ ਦੇ ਵਿੱਚ ਵੀ ਛਤਰੀ ਲੈ ਕੇ ਜਾਂਦੇ ਆ ਤਾਂ ਤੁਹਾਡੀ ਜਿਹੜਾ ਉਹ ਮੀਂਹ ਨੂੰ ਕਵਰ ਕਰਦੀ ਹੈ, ਪਰ ਉਹ ਜੇ ਛਤਰੀ ਕਿਸੇ ਪਾਸਿਓਂ ਲੀਕੇਜ ਹੁੰਦੀ ਹੋਵੇ ਤਾਂ ਉਸ ਛਤਰੀ ਦੇ ਨਾਲ ਤੁਸੀਂ ਭੇਜ ਵੀ ਸਕਦੇ ਹੋ, ਛਤਰੀ ਟੁੱਟੀ ਹੋਵੇ। ਇਸ ਕਰਕੇ ਇਹ ਕਹਿ ਰਹੇ ਨੇ ਕਿ ਤੁਹਾਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਜੀ। ਫਰਾਂਸ ਦੇ ਵਿੱਚ ਤੇ ਫਰਾਂਸ ਦੇ ਦੇਖਿਆ ਜਾਵੇ ਬਹੁਤ ਹੀ ਅਲਾਰਮ ਵਾਲੀ ਜਗ੍ਹਾ ਹੋ ਗਈ ਹੈ ਜੀ, ਚਿੰਤਾਜਨਕ ਹੋ ਗਿਆ ਜੀ ਫਰਾਂਸ ਦੇ ਵਿੱਚ। ਉੱਥੇ ਹੋ ਸਕਦਾ ਜੀ ਗੱਲਾਂ ਸੁਣਨ ਵਿੱਚ ਆ ਰਹੀਆਂ, ਇਹ ਹੋ ਸਕਦਾ ਕਿ ਪੂਰੇ ਫਰਾਂਸ ਦੇ ਵਿੱਚ ਲੱਗ ਜਾਵੇ ਲੋਕਡਾਊਨ, ਪਰ ਫਿਲਹਾਲ ਇਹਦੀ ਗੱਲ ਪੂਰੀ ਨਹੀਂ ਆ ਰਹੀ। ਉਹ ਕਹਿ ਰਹੇ ਨੇ ਜਿਹੜਾ ਸਿਰਫ ਜ਼ਿਆਦਾ ਕੇਸਾਂ ਵਾਲਾ ਹੋਊਗਾ ਉਹਨੂੰ ਹੀ ਲੋਕਡਾਊਨ ਕੀਤਾ ਜਾਊਗਾ ਜੀ। ਸਾਰੇ ਪਾਸੇ ਦੁਨੀਆ ਲੱਭ ਰਹੀ ਹੈ ਜੀ ਪਹਿਲੀ ਵੈਕਸੀਨ, ਕੋਈ ਫਾਈਜ਼ਰ, ਐਸਟਰਾਜ਼ੇਨੇਕਾ, ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਦੇਸ਼ ਦੇ ਵਿੱਚ, ਹਰ ਕੰਟਰੀ ਦੇ ਵਿੱਚ ਰਜਿਸਟਰ ਹੋ ਰਹੀਆਂ ਨੇ ਜੀ, ਪਰ ਜਿਹਨੂੰ ਮਾਨਤਾ ਪ੍ਰਾਪਤ ਨਹੀਂ ਹੋ ਰਹੀ। ਚਾਈਨਾ ਦਾਅਵਾ ਕਰ ਰਿਹਾ ਜੀ ਮੇਰੀ ਜਿਹੜੀ ਵਾਇਰਸ ਆ, ਮੇਰੀ ਜੋ ਇਹਦੀ ਜਿਹੜੀ ਵੈਕਸੀਨ ਆ ਸਾਰੇ ਪਾਸੇ ਕੰਮ ਕਰਦੀ ਆ। ਪਰ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਵਿੱਚ ਉਹਨਾਂ ਦੇ ਵਲਾਦੀਮੀਰ ਪੁਤਿਨ ਦਾ ਇੱਕ ਬਿਆਨ ਹੈ ਜੀ, ਉਹਨਾਂ ਨੇ ਕਿਹਾ ਜੀ ਅਸੀਂ 11 ਅਗਸਤ ਨੂੰ ਪਹਿਲੀ ਵੈਕਸੀਨ ਕੱਢ ਦਿੱਤੀ ਸੀ, ਜਿਹਦਾ ਨਾਮ ਸੀ ਸਪੁਤਨਿਕ 5, ਤੇ ਹੁਣ ਅਸੀਂ ਦੂਜੀ ਵੈਕਸੀਨ ਵੀ ਕੱਢਣ ਜਾ ਰਹੇ ਹਾਂ ਜੀ। ਉਹਨਾਂ ਨੇ ਇੱਕ ਹੋਰ ਨਾਮ ਉਹਦਾ ਰਜਿਸਟਰ ਕਰਨਾ ਹੈ ਜੀ। ਇਹ ਉਹ ਕਹਿ ਰਹੇ ਨੇ ਕਿ ਅਸੀਂ ਵੀ ਸਾਰੀ ਦੁਨੀਆ ਨੂੰ ਇਸ ਵੈਕਸੀਨ ਨੂੰ ਦੇਣ ਲਈ ਤਿਆਰ ਰਹਾਂਗੇ ਜੀ। ਇਟਲੀ ਦੇ ਵਿੱਚ ਹਮੇਸ਼ਾ ਜਿਸ ਟਾਈਮ ਸ਼ੁਰੂਆਤ ਹੋਈ ਸੀ ਲੋਕਡਾਊਨ ਲੱਗੇ, ਇਟਲੀ ਦੇ ਵਿੱਚ ਬਹੁਤ ਹੀ ਗਿਣਤੀ ਦੇ ਨਾਲ ਵੱਧ ਰਹੇ ਸੀ ਇਟਲੀ ਦੇ ਵਿੱਚ ਕੇਸ। ਜਰਮਨ ਦੇ ਵਿੱਚ ਥੋੜ੍ਹਾ ਜਿਹਾ ਜਿੱਦਾਂ ਇੱਦਾਂ ਲੱਗਦਾ ਹੈ ਕਿ ਨੱਥ ਪਾਈ ਹੋਈ ਹੈ, ਪਰ ਜਰਮਨ ਦੇ ਜਿਹੜੇ ਸ਼ੁਰੂ ਦੇ ਬਿਮਾਰੀਆਂ ਦੇ ਐਕਸਪਰਟ ਨੇ ਉਹ ਹੁਣ ਇਹ ਕਹਿ ਰਹੇ ਨੇ ਕਿ ਜਰਮਨ ਦੇ ਵਿੱਚ ਸ਼ੁਰੂਆਤ ਅਸਲ ਦੇ ਵਿੱਚ ਹੁਣ ਹੋਈ ਹੈ ਜੀ। ਇਹ ਐਕਸਪਰਟ ਜਰਮਨ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ ਤਾਂ ਆਪਣੇ ਐਕਸਪਰਟ ਤਾਂ ਇਟਲੀ ਵਾਲੇ ਵੀ ਘੱਟ ਨਹੀਂ। ਉਹ ਕਹਿ ਰਹੇ ਨੇ ਜੀ ਜੇ ਹੁਣ ਸਾਡਾ ਜੁਲਾਈ ਤੇ ਅਗਸਤ ਦਾ ਮਹੀਨਾ ਥੋੜ੍ਹਾ ਠੰਡਾ ਨਿਕਲਿਆ, ਕੋਈ ਗੱਲ ਨਹੀਂ, ਆਪਣਾ ਅਕਤੂਬਰ ਤੇ ਨਵੰਬਰ ਦਾ ਮਹੀਨਾ ਫਿਰ ਆ ਰਿਹਾ ਜੀ, ਜਿਹਦੇ ਵਿੱਚ ਕੇਸ ਵਧਣੇ ਸ਼ੁਰੂ ਹੋ ਜਾਣਗੇ। ਤੇ ਫਿਰ ਅਸੀਂ ਪਲੇਰਮੋ ਸਿਚੀਲੀਆ ਦੀ ਗੱਲ ਕਰੀਏ, ਪ੍ਰੋਵਿੰਚਾ ਦੀ ਪਲੇਰਮੋ ਦੇ ਵਿੱਚ ਮਿਸਲ ਮੇਰੀ ਨਾਂ ਦਾ ਪਿੰਡ ਹੈ, ਜਿੱਥੇ ਅੱਜ ਤੋਂ ਲੈ ਕੇ 27 ਤਰੀਕ ਤੱਕ ਸਕੂਲ, ਪਬਲਿਕ ਪਾਰਕ ਸਭ ਕੁਝ ਬੰਦ ਕਰ ਦਿੱਤਾ ਗਿਆ ਜੀ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਮਿਨੀ ਲਾਕਡਾਊਨ ਲੱਗਾ। ਇਹ ਜਿਹੜਾ ਉੱਥੇ ਦਾ ਸਰਪੰਚ ਆ ਉਹਨੇ ਆਰਡੀਨੈਂਸ ਪਾਸ ਕੀਤਾ ਹੈ ਜੀ। ਜੇਕਰ ਅਸੀਂ ਡਿਟੇਲ ਦੇ ਵਿੱਚ ਉਸ ਆਰਡੀਨੈਂਸ ਨੂੰ ਪੜ੍ਹਦੇ ਹਾਂ ਜੋ ਕਿ ਉੱਥੇ ਦੇ ਸਰਪੰਚ ਨੇ ਪਾਸ ਕੀਤਾ ਜੀ, ਉਹਦੇ ਵਿੱਚ ਲਿਖਿਆ ਗਿਆ ਜੀ ਜਿਹੜੇ ਪਬਲਿਕ ਪਲੇਸ ਨੇ ਜਾਂ ਪਲੇਸਤਰੇ ਨੇ ਰਾਤ ਦੇ 10 ਵਜੇ ਤੋਂ ਬਾਅਦ ਬੰਦ ਰਹਿਣੇ ਚਾਹੀਦੇ ਆ। ਉਸ ਤੋਂ ਬਾਅਦ ਪਲੇਸਤਰੇ, ਸਾਲੇ ਜੌਕੀ ਸਾਰੇ 10 ਵਜੇ ਤੋਂ ਬਾਅਦ ਬੰਦ ਆ। ਨੱਚਣ ਟੱਪਣ ਵਾਲੇ ਵੀ ਬੰਦ ਆ। ਜਿਹਨਾਂ ਦਾ ਕੰਮ ਰੈਸਟੋਰੈਂਟ ਦਾ ਹੈ ਜੀ, ਬਾਰ, ਪੱਬ, ਰੈਸਟੋਰੈਂਟ, ਪਿੱਛਰੀ, ਜਲਾਤਰੀ, ਉਹ ਸਿਰਫ ਅਤੇ ਸਿਰਫ ਬੈਠੇ ਟੇਬਲਾਂ 'ਤੇ ਬੈਠੇ ਬੰਦਿਆਂ ਨੂੰ, ਕਲਾਇੰਟਾਂ ਨੂੰ ਹੀ ਸਮਾਨ ਦੇ ਸਕਦੇ। ਉਹ ਵੀ ਜੀ ਉਹ 1-1 ਮੀਟਰ ਦੀ ਦੂਰੀ, ਸੋਸ਼ਲ ਡਿਸਟੈਂਸ ਉਹਨਾਂ ਨੇ ਵਿੱਚ ਰੱਖਿਆ। ਜੇਕਰ ਸੋਸ਼ਲ ਡਿਸਟੈਂਸ ਰੱਖਣ ਦਾ ਕੰਮ ਨਹੀਂ ਹੋ ਰਿਹਾ ਤਾਂ ਫਿਰ ਕੋਈ ਗੱਲ ਨਹੀਂ, ਉਹਨਾਂ ਨੂੰ
ਹੋਮ ਡਿਲੀਵਰੀ ਕਰਨ ਦਾ ਕੰਮ ਸ਼ੁਰੂ ਕਰਨਾ ਪੈਣਾ, ਕਿਉਂਕਿ ਜੇਕਰ ਛਾਪੇ ਪਏ ਤਾਂ ਉਹਨਾਂ ਨੂੰ ਜੁਰਮਾਨੇ ਹੋ ਸਕਦੇ ਆ ਜੀ। ਉਸ ਤੋਂ ਬਾਅਦ ਇਕੱਠ ਕਰਨ ਦੀ ਮਨਾ ਕੀਤੀ ਗਈ ਹੈ ਜੀ। ਕਿਸੇ ਵੀ ਤਰ੍ਹਾਂ ਦਾ ਇਕੱਠ ਹੋਵੇ, ਚਾਹੇ ਕੁਲਤੂਰ ਵਾਲੇ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ। ਉਸ ਤੋਂ ਬਾਅਦ ਪਬਲਿਸਿਟੀ ਦੇ ਜਿਹੜੇ ਕੰਮ ਨੇ ਉਹਨਾਂ 'ਤੇ ਵੀ ਰੋਕਥਾਮ ਲਾ ਦਿੱਤੀ ਗਈ ਹੈ ਜੀ। ਪਬਲਿਸਿਟੀ ਕਹਿਣ ਦਾ ਮਤਲਬ ਕਿ ਉੱਥੇ ਵੀ ਉਹਨਾਂ ਦਾ ਡਰ ਵਾ। ਉਸ ਤੋਂ ਬਾਅਦ ਜਿਹੜੀ ਮਾਰਕੀਟ ਲੱਗਦੀ ਹੈ, ਹਫ਼ਤੇ ਬਾਅਦ ਮਾਰਕੀਟ ਲੱਗਦੀ ਹੈ ਜੀ, ਉਹ ਵੀ ਬੰਦ ਕਰ ਦਿੱਤੀ ਗਈ ਜੀ 27 ਤਰੀਕ ਤੱਕ। ਜਿਸ ਵੇਲੇ ਅਸੀਂ ਰਿਕਾਰਡ ਕਰ ਰਹੇ ਸੀ ਉਸ ਟਾਈਮ ਇਟਲੀ ਦੇ ਵਿੱਚ 53,000 ਕੁਛ ਕੇਸ ਸੀਗੇ, ਪਰ ਜੇਕਰ ਦੇਖਿਆ ਜਾਵੇ ਤਾਂ ਕੱਲ੍ਹ ਸ਼ਾਮ ਤੱਕ ਇਟਲੀ ਦੇ 12 ਵਜੇ ਤੱਕ ਜਿਹੜੇ ਕੇਸ ਸੀਗੇ ਜੀ 83,347 ਤੱਕ ਹੋ ਚੁੱਕੇ ਸੀ। ਅਤੇ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਵੀ ਇੰਡੀਆ ਦੇ ਵਿੱਚ ਵੀ ਹੁਣ ਕਾਫੀ ਜਿਹੜੇ ਹੱਦ ਪਾਰ ਕਰ ਚੁੱਕੀ ਹੈ। ਪੇਚੀਆ ਸਾਰਿਆਂ ਦੇ ਲਈ ਬਣ ਰਿਹਾ ਜੀ। ਮਿਸਾਲ ਉਹਨੇ 28 ਤਰੀਕ ਤੱਕ ਪੋਸਟਪੋਨ ਕਰ ਦਿੱਤੇ ਜੀ ਸਕੂਲ ਖੋਲ੍ਹਣੇ, ਕਿਉਂਕਿ ਕਹਿ ਰਿਹਾ ਜੀ ਹਜੇ ਵੀ ਫਿਲਹਾਲ ਜਿਹੜੇ ਆਲੇ ਦੁਆਲੇ ਬਹੁਤ ਸਾਰੇ ਕੇਸ ਆ ਰਹੇ ਨੇ। ਉਹਨਾਂ ਦੇ ਏਰੀਏ ਦੇ ਵਿੱਚ 1049 ਪੋਜ਼ੀਟਿਵ ਕੇਸ ਚੱਲ ਰਿਹਾ ਜੀ। ਇਸ ਕਰਕੇ ਅੱਜ ਟਾਸਕ ਫੋਰਸ ਦਾ ਉਹਨਾਂ ਦਾ ਮੀਟਿੰਗ ਹੋਣੀ ਹੈ, ਉਸ ਤੋਂ ਬਾਅਦ ਹੀ ਉਹ ਗੱਲ ਕਰਨਗੇ। ਫਿਲਹਾਲ ਉਹਨਾਂ ਨੇ ਆਰਡੀਨੈਂਸ ਦੇ ਨਾਲ 28 ਤਰੀਕ ਤੱਕ ਅੱਗੇ ਕਰ ਦਿੱਤਾ ਜੀ ਸਕੂਲ ਨੂੰ ਖੋਲ੍ਹਣਾ। ਇਟਲੀ ਦੇ ਵਿੱਚ ਜਿਸ ਟਾਈਮ ਲੋਕਡਾਊਨ ਦਾ ਟਾਈਮ ਚੱਲ ਰਿਹਾ, ਹਰ ਵੇਲੇ ਹੁਣ ਵੀ ਜੇ ਗੱਲ ਕਰੀਏ, ਜੇਕਰ ਇਸ ਮੁਸ਼ਕਿਲ ਵੇਲੇ ਤੇ ਇਟਲੀ ਦੇ ਵਿੱਚ ਕਿਸੇ ਨੇ ਸਾਥ ਦਿੱਤਾ, ਇਟਲੀ ਅੱਗੇ ਜਾਣ ਵਿੱਚ ਕਾਮਯਾਬ ਹੋਇਆ, ਤਾਂ ਇਹ ਸਿਰਫ ਅਤੇ ਸਿਰਫ ਪ੍ਰੋਟੈਕਸ਼ਨੇ ਸਿਵਿਲੇ ਸਿਵਲ ਪ੍ਰੋਟੈਕਸ਼ਨ ਵਾਲਿਆਂ ਦੇ ਕਾਰਨ ਹੀ ਹੋਇਆ ਜੀ। ਉਸ ਤੋਂ ਬਾਅਦ ਇੱਕ ਹੋਰ ਇਟਲੀ ਦੇ ਵਿੱਚ ਰਿਪੋਰਟ ਤਿਆਰ ਕੀਤੀ ਗਈ ਹੈ ਜੀ, ਜਿਸ ਰਿਪੋਰਟ ਦੇ ਹਿਸਾਬ ਦੇ ਨਾਲ ਐਕਸਪਰਟ ਤਾਂ ਗੱਲ ਕਰ ਰਹੇ ਨੇ ਜੀ ਦੂਜੀ ਲਹਿਰ ਚੱਲ ਪਈ ਹੈ, ਤੀਜੀ ਲਹਿਰ ਚੱਲ ਪਈ ਹੈ, ਸਕੂਲ ਖੁੱਲ੍ਹਣ ਤੋਂ ਬਾਅਦ ਚੌਥੀ ਲਹਿਰ ਚੱਲ ਪਈ ਹੈ। ਪਰ ਜੋ ਸਾਹਮਣੇ ਆ ਰਿਹਾ ਜੀ, ਇਟਾਲੀਅਨ ਤੋਂ ਪੁੱਛਿਆ ਜਾ ਰਿਹਾ ਅਤੇ ਉਹਨਾਂ ਦੇ ਹਿਸਾਬ ਦੇ ਨਾਲ ਦੂਜੀ ਲਹਿਰ ਹਜੇ ਆਉਣ ਵਾਲੀ ਹੈ। 4 ਇਟਾਲੀਅਨ ਦੇ ਵਿੱਚ 3 ਇਟਾਲੀਅਨ ਨੂੰ ਇਹ ਡਰ ਲੱਗ ਰਿਹਾ ਜੀ ਕਿ ਜਿਹੜੇ ਕੇਸ ਨੇ ਫਿਰ ਦੁਬਾਰਾ ਵਧਣੇ ਸ਼ੁਰੂ ਹੋ ਸਕਦੇ ਨੇ। ਵੈਰੋਨਾ ਦੇ ਵਿੱਚ ਕੋਨਿਲਿਆਨੋ ਦੇ ਵਿੱਚ ਲੱਗਾ ਅੱਜ ਜਾਮ ਲੱਗਣ ਦਾ ਕਾਰਨ ਇਹ ਸੀ ਜੀ, ਉੱਥੇ ਸੜਕ ਦੇ ਉੱਤੇ ਹੋ ਰਹੇ ਸੀ ਤੰਪੋਨੀ ਟੈਸਟ ਕੀਤੇ ਜਾ ਰਹੇ ਸਨ। ਇਜ਼ਰਾਈਲ ਦੇ ਵਿੱਚ ਲੋਕਡਾਊਨ ਲੱਗਣ ਦੇ ਬਾਵਜੂਦ ਵੀ ਆਏ 6,861 ਨਵੇਂ ਕੇਸ। ਇਲ ਵਾਚੀਨੋ ਐਂਟੀ ਇਨਫਲੂਐਂਜ਼ਾ ਦੇ ਉਹ ਹੁੰਦੀ ਹੈ ਜੋ ਹਰ ਸਾਲ ਜਿਹੜੇ ਖੰਘ ਰੇਸ਼ਾ ਬੁਖਾਰ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੁੰਦਾ, ਉਹਦੇ ਲਈ ਵੈਕਸੀਨ ਤਿਆਰ ਹੁੰਦੀ ਹੈ, ਬਣ ਕੇ ਆਉਂਦੀ ਆ, ਜੋ ਸਿਆਣਿਆਂ ਦੇ ਲਈ ਹੁੰਦੀ, ਬਜ਼ੁਰਗਾਂ ਦੀ ਹੁੰਦੀ, ਜਾਂ ਫਿਰ ਜਿਹੜੇ ਜਾਨਵਰਾਂ ਦਾ ਕੰਮ ਕਰਦੇ ਆ, ਜਾਨਵਰਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਇਹ ਟੀਕੇ ਲੱਗਦੇ ਹੁੰਦੇ ਨੇ। ਅਤੇ ਇਹ ਜੋ ਟੀਕੇ ਨੇ ਇਟਲੀ ਦੇ ਵਿੱਚ ਆਪਣੇ ਰੋਬਰਟੋ ਸਪੈਰਾਂਸਾ ਜੀ ਕਹਿ ਰਹੇ ਨੇ, ਅਸੀਂ 70% ਵੱਧ ਭੇਜਾਂਗੇ ਫਾਰਮੇਸੀਆਂ ਦੇ ਵਿੱਚ। ਜਿੱਦਾਂ ਠੰਡ ਦਾ ਮਾਹੌਲ ਆ ਰਿਹਾ ਜੀ, ਉੱਦਾਂ ਹੀ ਜਿਹੜਾ ਇਨਫਲੂਐਂਜ਼ਾ ਉਹ ਵੀ ਆ ਰਿਹਾ ਜੀ। ਤਕਰੀਬਨ ਇਟਲੀ ਦੇ ਵਿੱਚ ਅਨੁਮਾਨ ਲਾਇਆ ਜਾ ਰਿਹਾ ਜੀ ਕਿ ਐਸਟੀਮੇਟ ਇਹ ਲੱਗਿਆ ਜੀ ਕਿ 60 ਤੋਂ 80 ਲੱਖ ਜਿਹੜੇ ਮਰੀਜ਼ ਇਟਲੀ ਦੇ ਵਿੱਚ ਹੋ ਸਕਦੇ ਨੇ ਸਿਰਫ ਇਨਫਲੂਐਂਜ਼ਾ ਦੇ। ਪਰ ਫਿਰ ਡਰਨ ਦੀ ਲੋੜ ਨਹੀਂ, ਕਿਉਂਕਿ ਇਨਫਲੂਐਂਜ਼ਾ ਅਤੇ ਇਹ ਜੋ ਕੋਵਿਡ-19 ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਫਰਕ ਪਤਾ ਹੋਣਾ ਚਾਹੀਦਾ ਜੀ। ਅਮਰੀਕਾ ਦੇ ਵਿੱਚ ਸ੍ਰੀ ਡੋਨਲਡ ਟਰੰਪ ਜੀ ਦਾ ਇੱਕ ਨਵਾਂ ਬਿਆਨ, 2 ਲੱਖ ਤੋਂ ਵੱਧ ਹੋਈਆਂ ਮੌਤਾਂ, ਇਹ ਸ਼ਰਮ ਦੀ ਗੱਲ ਹੈ ਜੀ। ਅੱਜ ਕੱਲ੍ਹ ਟੈਲੀਵਿਜ਼ਨ ਦੇਖਣਾ ਹੋਇਆ ਬਹੁਤ ਹੀ ਸੌਖਾ, ਪਹਿਲਾਂ ਲੈਣੇ ਪੈਂਦੇ ਸੀ ਸਾਰੇ ਬੰਦਿਆਂ ਨੂੰ, ਅਬੋਨਾਮੈਂਟ ਤੋਂ ਖਰੀਦਣਾ ਪੈਂਦਾ ਸੀ, ਪਾਸ ਖਰੀਦਣਾ ਪੈਂਦਾ ਸੀ, ਜੀ TV, ਸੋਨੀ TV, ਫਲਾਨਾ TV ਔਰ ਧਮਕੜਾ TV ਸਾਰੇ ਦੇਖਣ ਦੇ ਲਈ ਪੈਸੇ ਧਾਰਨੇ ਪੈਂਦੇ। ਜਿਸ ਟਾਈਮ ਤੋਂ ਇੰਟਰਨੈਟ ਦਾ ਜ਼ਮਾਨਾ ਆਇਆ ਜੀ, IP TV ਦਾ ਜ਼ਮਾਨਾ ਆਇਆ ਜੀ, ਹਰ ਬੰਦਾ ਇੰਟਰਨੈਟ, ਬਹੁਤ ਹੀ ਘੱਟ ਬੰਦੇ ਨੇ ਜੋ ਪਾਸ ਲੈ ਰਹੇ ਨੇ, ਸਾਰੇ ਦੇ ਸਾਰੇ ਕਰ ਰਹੇ ਨੇ, ਫ੍ਰੀ ਦੇ ਵਿੱਚ TV ਦੇਖ ਰਹੇ ਨੇ ਹਰ ਰੋਜ਼ ਆਪਣੇ TV, ਐਂਡਰੋਇਡ TV ਮੋਬਾਈਲ ਉੱਤੇ। ਇਟਲੀ ਦੇ ਵਿੱਚ ਤਕਰੀਬਨ 88 ਕਰੋੜ ਐਕਸੈਸ ਹੋ ਰਹੇ ਸੀ। ਫਿਲਹਾਲ ਸਿਰਫ ਇਹਨਾਂ ਨੇ ਇਟਾਲੀਅਨ ਚੈਨਲ ਜਿਹੜੇ ਫ੍ਰੀ ਦੇ ਵਿੱਚ ਦਿਖਾ ਰਹੇ ਸੀਗੇ ਉਹਨਾਂ ਦਾ ਕੀਤਾ ਪਰਦਾਫਾਸ਼। ਗੁਆਰਦੀਆਂ ਦੀ ਫਿਨਾਂਸਾਂ ਨੇ ਵੈਨੇਸੀਆ ਤੋਂ ਲੈ ਕੇ ਜਰਮਨ, ਹਾਲੈਂਡ ਤੇ ਅਮਰੀਕਾ ਤੱਕ ਫੈਲਿਆ ਹੋਇਆ ਜਾਲ ਉਹਨਾਂ ਨੇ ਘੇਰਿਆ ਜੀ, ਕਿਉਂਕਿ 8 ਕਰੋੜ ਸਾਲ ਦੇ ਵਿੱਚ ਜਾ ਰਹੇ ਸੀ। 8 ਕਰੋੜ ਦੇ ਹਿਸਾਬ ਨਾਲ ਜੋ ਪੈਸਾ ਕਮਾ ਰਹੇ ਸੀ, ਇਹ ਜਿਹੜੇ ਦਿਖਾ ਰਹੇ ਸੀ, ਬਹੁਤ ਹੀ ਬੇਅੰਤ ਪੈਸਾ ਕਮਾਇਆ ਜਾ ਰਿਹਾ ਸੀ, ਅਤੇ ਇਹਨਾਂ ਨੂੰ ਫਿਲਹਾਲ ਫੜ ਲਿਆ ਗਿਆ। ਜਿਸ ਕਰਕੇ ਜਿਹੜੇ ਇੰਡੀਅਨ ਚੈਨਲ ਵੀ ਦਿਖਾ ਰਹੇ ਨੇ, ਹੌਲੀ ਹੌਲੀ ਇਹਨਾਂ ਦੇ ਪਿੱਛੇ ਵੀ ਪੈ ਸਕਦੀ ਹੈ ਜੀ ਸਰਕਾਰ। ਤਕਰੀਬਨ 54 ਵੈਬਸਾਈਟਾਂ ਨੂੰ ਕੀਤਾ ਗਿਆ ਬੰਦ। ਜੇ ਸਾਰੋਸ ਦਾ ਕੇਸ ਤੁਹਾਨੂੰ ਸਭ ਨੂੰ ਪਤਾ ਕਿ ਫੁੱਟਬਾਲ ਪਲੇਅਰ ਨੂੰ ਇਟਾਲੀਅਨ ਪਾਸਪੋਰਟ ਦੇ ਦਿੱਤਾ ਗਿਆ, ਚਿੱਤਾਦੀਨਾਂਸਾ ਦੇ ਦਿੱਤਾ ਗਿਆ, ਕਿਉਂਕਿ ਉਹਦੀ ਜਿਹੜੀ ਇਨਕਮ 10 ਮਿਲੀਅਨ ਯੂਰੋ ਸਾਲ ਦਾ ਉਹਨੂੰ ਮਿਲ ਰਿਹਾ ਜੀ। ਉਸ ਤੋਂ ਬਾਅਦ ਜਿਹੜੀ ਗੱਲਬਾਤ ਕੀਤੀ ਗਈ ਸੀਗੀ ਕਿ ਤੁਸੀਂ ਮੈਨੂੰ ਪਾਸ ਕਰੋ, ਤੁਹਾਨੂੰ ਹੋਰ ਵੀ ਬੰਦੇ ਦੇਵਾਂਗੇ।
ਤੇ ਉਹਨੂੰ ਇਟਾਲੀਅਨ ਬੋਲਣੀ ਨਹੀਂ ਆਉਂਦੀ, ਇਸ ਕਰਕੇ ਉਹਦਾ ਜਿਹੜਾ ਕੇਸ ਆ ਬਹੁਤ ਹੀ ਉਛਾਲ ਦੇ ਵਿੱਚ ਚਲਾ ਗਿਆ। ਜੇ ਹੋ ਸਕਦਾ ਜਿਹੜੀ ਇਟਾਲੀਅਨ ਉਹਨੂੰ ਰੱਦ ਕਰ ਦਿੱਤਾ ਜਾਵੇ, ਤੇ ਇਹ ਵੀ ਹੋ ਸਕਦਾ ਕਿ ਇਟਾਲੀਅਨ ਪਾਸਪੋਰਟ ਮਿਲਣਾ ਥੋੜ੍ਹਾ ਜਿਹਾ ਸੌਖਾ ਹੋ ਜਾਵੇ। ਰੀਮਨੀ ਦੇ ਵਿੱਚ ਹੋਈ ਲੜਾਈ ਜਿੱਤੇ ਇੱਕ 18 ਸਾਲ ਦੀ ਬਾਲਗ ਕੁੜੀ ਦਾ ਸਗਾ ਜਨਮ ਦਿਨ ਮਨਾਉਣ ਲਈ ਗਈ ਆਪਣੇ ਦੋਸਤਾਂ ਦੇ ਕੋਲ, ਤੇ ਦੋਸਤਾਂ ਦੇ ਵਿੱਚ ਹੋਈ ਗੱਲਬਾਤ, ਭੰਨੇ ਇੱਕ ਦੂਜੇ ਦੇ ਮੂੰਹ ਜੀ। ਇੱਕ ਹੋਰ ਕਪਰ ਵਾਲੇ ਗਿਆ ਜੇਲ੍ਹ ਦੇ ਵਿੱਚ, ਦਨੂੰਚਾ ਹੋ ਗਿਆ ਜੀ। ਇੱਕ ਬੰਦੇ ਨੇ ਮੰਗੇ ਪੈਸੇ, ਜਿੰਨੇ ਪੈਸੇ ਮੰਗੇ ਲਗਾਏ ਸੀਗੇ ਉਹ ਪੈਸੇ ਜੋ ਮਕਾਏ ਸੀ ਜੋ ਰੇਟ ਨਾਲੋਂ ਘੱਟ ਸਨ, ਉਹ ਵੀ ਜਿਹੜਾ ਉਹਦਾ ਮਾਲਕਾ ਦੇਣ ਤੋਂ ਕਰ ਰਿਹਾ ਸੀ ਮਨਾ। ਖੇਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਚੱਕਿਆ ਜਾ ਰਿਹਾ ਜੀ। 2 ਯੂਰੋ 3 ਯੂਰੋ ਜਾਂ ਚਾਹੇ 4 ਯੂਰੋ 3 3.5 ਯੂਰੋ ਘੰਟੇ ਦੇ ਹਿਸਾਬ ਨਾਲ ਜਿਹੜੇ ਰੇਟ ਚੱਲ ਰਹੇ ਨੇ, ਉਸ ਤੋਂ ਬਾਅਦ ਵੀ ਮਾਲਕ ਪੈਸੇ ਦੇ ਰਹੇ। ਸਿਰ ਵਿੱਚ ਮਾਰਿਆ ਘਸੁੰਨ ਤੋਂ ਬਾਅਦ ਗਿਆ ਹਸਪੀਟਲ ਪਰੰਤੂ ਸਕੂਰਸ ਵਾਲਿਆਂ ਨੇ ਪੁੱਛਿਆ ਕਿਹਨੇ ਕੀਤਾ ਤੇਰਾ ਹਾਲ, ਤੇ ਦੱਸਿਆ ਉਹਨੇ ਕਿ ਮੈਨੂੰ ਕੁੱਟ ਉਹਦਾ ਬੁਰਾ ਹਾਲ ਕੀਤਾ ਉਹਦੇ ਮਾਲਕ ਨੇ, ਤੇ ਪੈਸੇ ਨਹੀਂ ਦਿੱਤੇ। ਉਸ ਤੋਂ ਬਾਅਦ ਜੀ ਕੀ ਹੋਇਆ ਜੀ, ਉਹਦੇ ਮਾਲਕ ਸਿਰ ਕੇਸ ਹੋ ਗਿਆ ਜੀ। ਡਾਇਰੈਕਟ ਕੇਸ ਨਹੀਂ ਕਰ ਸਕਦਾ ਸੀ ਉਹ, ਜਿਸ ਟਾਈਮ ਉਹਨੂੰ ਕੁੱਟਿਆ ਗਿਆ ਤਾਂ ਫਿਰ ਪਰੰਤੂ ਸਕੂਰਸ ਉਹਦੇ ਰਾਹੀਂ ਹੋ ਗਿਆ ਜੀ ਕੇਸ। ਉਈਲਾ ਵਾਲਿਆਂ ਨੇ ਚੁੱਕੀ ਗੱਲ, ਇਸ ਹਿਸਾਬ ਦੇ ਨਾਲ ਕੇਸ ਹੋ ਰਹੇ ਨੇ। ਤੇ ਇੱਕ ਹੋਰ ਗੱਲ ਬਹੁਤ ਹੀ ਜ਼ਰੂਰੀ ਤੁਹਾਨੂੰ ਦੱਸਣਾ ਚਾਹਾਂਗੇ, ਹਰ ਬੰਦੇ ਦੇ ਕੋਲ ਅੱਜ ਕੱਲ੍ਹ ਪੋਸਟ ਪੇ ਐਵੋਲੂਸ਼ਨ ਮੋਬਾਈਲ ਜਾਂ ਫਿਰ ਬੈਂਕ ਹੋਮ ਬੈਂਕਿੰਗ ਆ ਜੀ। ਬਹੁਤ ਸਾਰੇ ਧੋਖੇ ਹੋ ਰਹੇ ਨੇ, ਉਹਨਾਂ ਤੋਂ ਬਚਣ ਦੀ ਲੋੜ ਆ ਜੀ। ਕਿਉਂ ਕਹਿ ਰਹੇ ਆ ਜੀ, ਇੱਕ SMS ਦੇ ਨਾਲ ਇੱਕ ਬੰਦੇ ਨੂੰ ਲੱਗਾ 2500 ਦਾ ਚੂਨਾ ਕਿਸ ਹਿਸਾਬ ਦੇ ਨਾਲ ਲੱਗਾ, ਉਹਦੇ ਫੋਨ 'ਤੇ ਮੈਸੇਜ ਆਇਆ ਕਿ ਤੁਸੀਂ ਤੁਹਾਡਾ ਮੋਬਾਈਲ ਨੂੰ ਸੇਵ ਕਰਨਾ ਜਾਂ ਕਿੱਦਾਂ ਕਰਨਾ। ਤੁਹਾਡੇ ਮੋਬਾਈਲ 'ਤੇ ਜਦ ਮੈਸੇਜ ਆਉਂਦਾ ਉੱਥੇ ਲਿੰਕ ਲਿਖਿਆ ਹੁੰਦਾ, ਲਿੰਕ ਦੇ ਵਿੱਚ ID ਪਾਸਵਰਡ ਵਗੈਰਾ ਭਰਨਾ ਪੈਂਦਾ, ਜਾਂ ਫਿਰ ਤੁਹਾਡੇ 3 ਜਿਹੜੇ ਸੀਕਰੇਟ ਕੋਡ ਆ ਉਹ ਮੰਗਦੇ ਆ। ਕਦੇ ਵੀ ਆਪਣਾ ਜਿਹੜਾ 543 243 123 ਇੱਦਾਂ ਦਾ ਜਿਹੜਾ ਨੰਬਰ ਹੁੰਦਾ ਉਹ ਕਿਸੇ ਨੂੰ ਵੀ ਨਾ ਦਿਓ, ਤੁਹਾਡਾ ਕਾਰਡ ਤੋਂ ਪੈਸੇ ਚੋਰੀ ਹੋ ਸਕਦੇ ਨੇ। ਜੇ ਇੱਕ ਵਾਰ ਚੋਰੀ ਹੋ ਜਾਣ ਤਾਂ ਵਾਪਸ ਮਿਲਣੇ ਥੋੜ੍ਹੇ ਮੁਸ਼ਕਿਲ ਆ। ਜੇ ਕੋਈ ਕੱਚਾ ਨਾੜੀ ਤੁਹਾਡੇ ਪੈਸੇ ਕੱਢੇ ਤਾਂ ਉਹਦੇ ਪੈਸੇ ਤੁਹਾਡੇ ਵਾਪਸ ਆ ਸਕਦੇ ਆ, ਪਰ ਜੇਕਰ ਪ੍ਰੋਫੈਸ਼ਨਲ ਹੋਣ ਤਾਂ ਫਿਰ ਜਿਹੜੇ ਪੈਸੇ ਵਾਪਸ ਆਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਜੀ। ਅਤੇ ਇੰਡੀਆ ਦੇ ਵਿੱਚ ਐਪਲ ਨੇ ਖੋਲ੍ਹਿਆ ਜੀ ਆਪਣਾ ਔਨਲਾਈਨ ਸਟੋਰ, ਜਿਹਦੇ ਵਿੱਚ ਡਾਇਰੈਕਟ ਵੇਚਿਆ ਜਾਏਗਾ ਜੀ। ਦੀਵਾਲੀ ਫੈਸਟਾ ਜਿਹੜਾ ਦੀਵਾਲੀ ਆ ਉਹਦੇ ਉੱਤੇ ਜਿਹੜੇ ਆਈਫੋਨ ਮੈਕਓਸ ਜੋ ਵੀ ਇਹਨਾਂ ਦੇ ਪ੍ਰੋਡਕਟ ਨੇ ਡਾਇਰੈਕਟ ਵੇਚੇ ਜਾਣਗੇ। ਹੁਣ ਚੱਲਦੇ ਹਾਂ ਜੀ ਅਸੀਂ ਆਪਣੀ ਹਰ ਰੋਜ਼ ਦੀ ਤਰ੍ਹਾਂ ਇਟਲੀ ਦੀ ਡਿਟੇਲ ਵੱਲ। ਬਾਅਦ 'ਚੋਂ 1640 ਨਵੇਂ ਕੇਸ, 995 ਮਰੀਜ਼ ਠੀਕ, 20 ਮਰੀਜ਼ਾਂ ਦੀ ਹੋਈ ਮੌਤ, 46114 ਮਰੀਜ਼ ਇਟਲੀ ਦੇ ਵਿੱਚ ਪੋਜ਼ਿਟਿਵ। ਟੌਪ 5 ਸਟੇਟਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਸ਼ਾਮਲ ਨੇ ਜੀ 248 ਕੰਪਨੀਆਂ, 196 ਲੋਂਬਰਦੀਆ, ਲਾਸੀਓ ਦੇ ਵਿੱਚ 195, ਵੇਨੇਤੋ 150 ਅਤੇ 108 ਲਿਗੂਰੀਆ। ਲੋਂਬਰਦੀਆ ਦੇ ਵਿੱਚ ਗੱਲ ਕਰੀਏ 196 ਕੇਸ ਨੇ, ਮਿਲਾਨੋ 96, ਬਰੇਸ਼ੀਆ 20, ਬੈਰਗਮੋ 8, ਕਰਮੋਨਾ 'ਚ ਕੋਈ ਕੇਸ ਨਹੀਂ, ਮੋਨਜ਼ਾ ਬਰਿਆਂਜ਼ਾ 11, ਪਵੀਆ 18, ਕੋਮੋ 5, ਵਾਰੇਜ਼ੇ 13, ਮਾਂਤੋਵਾ 6 ਅਤੇ ਲੇਕੋ ਦੇ ਵਿੱਚ 4 ਕੇਸ ਨੇ। ਏਮੀਲੀਆ ਰੋਮਾਨੀਆ ਦੇ ਵਿੱਚ 101 ਕੇਸ, ਬੋਲੋਨੀਆ 25, ਰੇਜੋ ਏਮੀਲੀਆ 13, ਪਿਚੈਂਸਾ 2, ਮੋਦੇਨਾ 10, ਪਾਰਮਾ 14, ਰੀਮਿਨੀ 9, ਫੋਰਲੀ ਚੇਜ਼ੇਨਾ 13, ਰਾਵੇਨਾ 7, ਫੈਰਾਰਾ 9। ਪੀਮੋਂਤੇ ਦੇ ਵਿੱਚ 95 ਕੇਸ, ਤੋਰੀਨੋ 51, ਅਲੈਸਾਂਦਰੀਆ 2, ਕੂਨੀਓ 29, ਨੋਵਾਰਾ 9, ਆਸਤੀ 1, ਵਰਚੈਲੀ 2, ਵੀਏਲਾ ਦੇ ਵਿੱਚ 1 ਕੇਸ, ਵੇਨੇਦੋ ਵਿੱਚ 150 ਕੇਸ, ਵੈਰੋਨਾ 45, ਪਾਦਵਾ 13, ਤਰੇਵੀਜ਼ੋ 33, ਵੇਨੇਸੀਆ 29, ਵਿਚੈਂਸਾ 18, ਬੇਲੂਨੋ 6 ਅਤੇ 3 ਰੋਵੀਗੋ ਵਿੱਚ ਨੇ। ਲਾਸੀਓ ਦੇ ਵਿੱਚ 195 ਕੇਸ, ਰੋਮਾ 161, ਲਤੀਨਾ 7, ਫਰੋਜੀਨੋ ਨੇ 5, ਵਿਤੈਰਬੋ 4 ਅਤੇ ਰੀਏਤੀ ਵਿੱਚ 14। ਤੋਸਕਾਨਾ ਦੇ ਵਿੱਚ 90 ਕੇਸ, ਫਿਰੈਂਸੇ 19, ਲੂਕਾ 7, ਮਾਸਾ ਕਰਾਰਾ 1, ਪੀਜ਼ਾ 24, ਅਰੈਜ਼ੋ 10, ਪਿਸਤੋਈਆ 2, ਪਰਾਤੋ 16, ਲਿਵੋਰਨੋ 2, ਸੀਏਨਾ 5 ਅਤੇ 4 ਗਰੋਸੈਤੋ ਦੇ ਵਿੱਚ। ਲਿਗੂਰੀਆ ਦੇ ਵਿੱਚ 108 ਕੇਸ, ਜੇਨੋਵਾ 60, ਲਾਸਪੇਸੀਆ 23, ਸਾਵੋਨਾ 5 ਅਤੇ ਇੰਪੀਰੀਆ ਵਿੱਚ 15। ਕੰਪਾਨੀਆ ਦੇ ਵਿੱਚ 248 ਕੇਸ, ਨਾਪਲੀ 191, ਕਜ਼ੈਰਤਾ 32, ਸਾਲੈਰਨੋ 19, ਅਵੇਲੀਨੋ 3 ਅਤੇ 4 ਵੇਨੇਵੈਂਤੋ ਵਿੱਚ। ਟ੍ਰੈਂਟੀਨੋ ਆਲਤੋ ਆਦੀ ਦੇ ਵਿੱਚ 59 ਕੇਸ, 59, ਟ੍ਰੈਂਟੋ 22 ਅਤੇ ਬੁਲਸਾਨੋ ਵਿੱਚ 37। ਮਾਰਕੇ ਦੇ ਵਿੱਚ 32 ਕੇਸ ਨੇ, ਪੇਜ਼ਰੋ ਰਬਾਨੋ 12, ਅੰਕੋਨਾ 3, ਮਚੇਰਾਤਾ 2, ਫੇਰਮੋ 1 ਅਤੇ ਆਸਕੋਲੀ ਫਿਚੀਨੋ ਦੇ ਵਿੱਚ 12 ਕੇਸ। ਪੂਲੀਆ ਦੇ ਵਿੱਚ 89 ਕੇਸ ਨੇ, ਬਾਰੀ 29, 29, ਫੌਜਾ 35, ਲੇਚੇ 2, ਬਰਿੰਦਸੀ 2, ਬਰਲੇਤਾ ਦੇ ਵਿੱਚ 11 ਅਤੇ 6 ਤਾਰੰਤੋ ਦੇ ਵਿੱਚ ਨੇ। ਸਿਚੀਲੀਆ ਦੇ ਵਿੱਚ 99, 89 ਪਲੇਰਮੋ
42 ਕਤਾਨੀਆ 16, ਮੈਸੀਨਾ 1, ਸਿਰਾਕੂਜ਼ਾ 2, ਐਨਾ 1, ਰਾਗੂਜ਼ਾ 9 ਅਤੇ ਤਰਾਪਨੀ ਵਿੱਚ 15। ਕਲਤਨੀਸੈਤਾ ਵਿੱਚ 3 ਕੇਸ। ਅਗਰੀਜੈਂਤੋ ਵਿੱਚ ਕੋਈ ਕੇਸ ਨਹੀਂ ਆਇਆ। ਫਰਲੀ ਵੈਨੇਸੀਆ ਦੀ ਗੱਲ ਕਰੀਏ ਤਾਂ 57 ਕੇਸ ਨੇ, ਤ੍ਰੇਸ ਤੇ 8, ਊਦੀ ਨੇ 27, ਪੋਰਦੇਨੋਨੇ 8 ਅਤੇ ਗੋਰਿਤਸੀਆ ਦੇ ਵਿੱਚ 12। ਅਵਰੂਸਾ ਦੇ ਵਿੱਚ 22 ਕੇਸ ਨੇ, ਪੈਸਕਾਰਾ 9, ਕੀਏਤੀ 9, ਟੈਰਮੋ 4, ਆਕੁਇਲਾ 4। ਸਰਦੇਨੀਆ ਵਿੱਚ 49 ਕੇਸ ਨੇ, ਸਾਸਰੀ 14, ਕਾਲਜਰੀ 14, ਨੂਓਰੋ 14, ਸੁੱਧ ਸਰਦੇਨੀਆ ਵਿੱਚ 3 ਅਤੇ 4 ਨੇ ਓਰਿਸਤਾਨੋ ਦੇ ਵਿੱਚ। ਉਮਰੀਆ ਦੇ ਵਿੱਚ 19 ਕੇਸ ਨੇ, ਪੈਰੂਜਾ 17 ਤੇ 2 ਤੇਰਨੀ ਦੇ ਵਿੱਚ, ਕਲਾਬਰੀਆ 19, ਕੋਸੈਂਸਾ 8, ਰੇਜੋ ਕਲਾਬਰੀਆ 1, ਕਤਨਜ਼ਾਰੋ 4, ਕੋਰੋਤੋਨੇ 2 ਅਤੇ 3 ਵੀਵੋ ਵਾਲੈਂਤੀਆ ਵਿੱਚ। ਵਾਲੇ ਦੋਸਤਾ ਵਿੱਚ 2 ਜੋ ਸਿਰਫ ਔਸਤਾ ਦੇ ਵਿੱਚ ਆਏ ਨੇ। ਬਾਜ਼ਿਲਿਕਾਤਾ ਵਿੱਚ 17 ਕੇਸ ਨੇ, ਮਾਤੇਰਾ 2 ਅਤੇ ਪੋਤੈਂਸਾ ਵਿੱਚ 12, ਮੋਲੀਜ਼ੇ ਵਿੱਚ 3 ਨੇ, ਕੰਪੋ ਬਾਰਸ਼ੋ 2 ਅਤੇ 1 ਆਇਆ ਜੀ ਇਜ਼ਰਨੀਆ ਦੇ ਵਿੱਚ। ਸਾਡੀਆਂ ਅੱਜ ਦੀਆਂ ਖਬਰਾਂ, ਉਮੀਦ ਕਰਦੇ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵਧੀਆ ਲੱਗੀਆਂ ਹੋਣਗੀਆਂ। ਕੁਛ ਕਮੈਂਟ ਜੋ ਕਿ ਅਸੀਂ ਹੁਣ ਦੇਖ ਰਹੇ ਹਾਂ, ਸਭ ਤੋਂ ਪਹਿਲਾਂ ਸਾਨੂੰ ਪੁੱਛਿਆ ਜਾ ਰਿਹਾ ਤੁਹਾਡਾ ਕੰਟੈਕਟ ਨੰਬਰ ਕੀ ਹੈ, ਮੋਬਾਈਲ ਨੰਬਰ ਕੀ ਹੈ ਜੀ। ਮੋਬਾਈਲ ਨੰਬਰ ਫਿਲਹਾਲ ਅਸੀਂ ਸਿਰਫ ਉਹਨਾਂ ਨੂੰ ਹੀ ਦੇ ਰਹੇ ਹਾਂ ਜੋ ਜਿਨ੍ਹਾਂ ਨੇ ਸਾਡੇ ਨਾਲ ਕੋਈ ਆਪਣਾ YouTube ਦੇ ਉੱਤੇ ਜੇ ਕਿਸੇ ਨੇ ਸਾਡੇ ਪ੍ਰਮੋਸ਼ਨ ਕਰਨੀ ਹੋਵੇ, ਸਿਰਫ ਉਹਨਾਂ ਨੂੰ ਹੀ ਹੈ। ਅਤੇ 2-3 ਬੰਦਿਆਂ ਨੂੰ ਅਸੀਂ ਫਿਲਹਾਲ ਨਹੀਂ ਦਿੱਤਾ ਸੀ। ਇੱਕ ਨਵਾਂ ਨੰਬਰ ਲਿਆ ਗਿਆ ਜੀ, WhatsApp ਇੱਕ ਚੱਲਦਾ, ਸਿਰਫ ਉਹ ਐਮਰਜੈਂਸੀ ਕੇਸ ਲਈ ਹੀ WhatsApp ਦਿੱਤਾ ਜਾ ਰਿਹਾ ਜੀ। ਇੱਕ ਅਸੀਂ ਪਰਸੋਂ ਖਬਰ ਪਾਈ ਸੀ ਕਿ ਆਪਣੇ ਘਰਦਿਆਂ ਨੂੰ ਤੁਸੀਂ ਕਿਸੇ ਹਿਸਾਬ ਦੇ ਨਾਲ ਬੁਲਾ ਸਕਦੇ ਹੋ, ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪੇਰੈਂਟਸ ਦੀ ਉਮਰ 65 ਸਾਲ ਤੋਂ ਘੱਟ ਹੈ ਜੀ। ਉਹਨਾਂ ਦੇ ਲਈ ਇਹ ਹੈ ਜੀ, ਜੋ ਕਾਨੂੰਨ ਕਹਿ ਰਿਹਾ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ 65 ਸਾਲ ਤੋਂ ਉੱਤੇ ਚਾਹੀਦੀ। ਜੇਕਰ ਤੁਹਾਡੇ ਪੇਰੈਂਟਸ ਦੀ ਉਮਰ 65 ਸਾਲ ਤੋਂ ਘੱਟ ਹੈ ਤਾਂ ਫਿਰ ਤੁਸੀਂ ਟਰਾਈ ਕਰ ਸਕਦੇ ਹੋ। ਇਹਦੇ ਵਿੱਚ ਪੱਕਾ ਕਹਿਣਾ ਕੁਛ ਵੀ ਮੁਸ਼ਕਿਲ ਹੈ। 2017 ਦੇ ਵਿੱਚ ਕਈਆਂ ਨੇ ਨੈਸ਼ਨਲਟੀ ਅਪਲਾਈ ਕੀਤੀ ਸੀ, ਕਹਿ ਰਹੇ ਕਿ ਉਹਨਾਂ ਦਾ ਸਤੰਬਰ 2017 ਦੇ ਵਿੱਚ ਕੋਈ ਰਿਸਪੌਂਸ ਨਹੀਂ ਆਇਆ ਜੀ। 4 ਸਾਲ ਹੋਣ ਦੇ ਬਾਅਦ ਕੀ ਕਰਨਾ ਚਾਹੀਦਾ, ਕਿਸੇ ਹਿਸਾਬ ਦੇ ਨਾਲ ਮਿਲ ਸਕਦੀ ਹੈ ਜੀ ਤੁਹਾਨੂੰ ਨੈਸ਼ਨਲਟੀ, ਤੁਹਾਨੂੰ ਉਡੀਕਣ ਦੀ ਲੋੜ ਨਹੀਂ ਪੈਣੀ। ਇਹਦੇ ਬਾਰੇ ਅੱਜ ਦੀ ਨਿਊਜ਼ ਦੇ ਵਿੱਚ ਗੱਲ ਕਰਨੀ ਸੀ, ਪਰ ਅੱਜ ਦੀ ਨਿਊਜ਼ ਸਾਡੀ ਪਹਿਲਾਂ ਹੀ ਬਹੁਤ ਲੰਬੀ ਹੋ ਚੁੱਕੀ ਹੈ, ਇਸ ਕਰਕੇ ਇਹਦੇ ਬਾਰੇ ਦੇਖਦੇ ਹਾਂ ਜੀ ਕੱਲ੍ਹ ਨੂੰ ਦੇਖਦੇ ਹਾਂ ਜੀ ਜੇਕਰ ਅਸੀਂ ਬਣਾ ਸਕਦੇ ਹਾਂ। ਅਤੇ ਸਪਿਡ ਬਾਰੇ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਸਪਿਡ ਦਾ ਪਾਸਵਰਡ ਗੁੰਮ ਹੋ ਗਿਆ ਜੀ, ਕਿਸ ਹਿਸਾਬ ਦੇ ਨਾਲ ਕਰੀਏ। ਕੋਈ ਚੱਕਰ ਨਹੀਂ, ਸਪਿਡ ਦੀ ਵੈਬਸਾਈਟ 'ਤੇ ਜਾਓ, ਪੋਸਟ ਆਫਿਸ ਵਿੱਚ ਜਾਓ, ਉੱਥੇ ਲਿਖਿਆ ਹੁੰਦਾ ਜੀ ਕਿ ਤੁਹਾਡਾ ਪਾਸਵਰਡ ਗੁੰਮ ਹੋ ਗਿਆ। ਤੁਹਾਨੂੰ ਯਾਦ ਹੋਣਾ ਚਾਹੀਦਾ ਮੋਬਾਈਲ ਨੰਬਰ ਜਾਂ ਫਿਰ ਜਿਹੜਾ ਤੁਸੀਂ ਦਮਾਂਦਾ ਲਿਖਿਆ ਕੋਈ ਸਵਾਲ ਜਵਾਬ, ਉਹ ਤੁਹਾਨੂੰ ਮਿਲ ਸਕਦਾ ਜੀ। ਮਹੇਸ਼ ਕੁਮਾਰ ਭਾਜੀ ਪੁੱਛਦੇ ਨੇ ਪੇਪਰਾਂ ਦੀ ਇਨਫੋਰਮੇਸ਼ਨ ਦਿਓ ਜੀ। ਭਾਜੀ ਅਸੀਂ ਇਨਫੋਰਮੇਸ਼ਨ ਜੋ ਪੇਪਰਾਂ ਦੀ ਹੈ ਜਿੰਨੀ ਸਾਡੇ ਕੋਲ ਹੁੰਦੀ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿੰਦੇ ਹਾਂ ਜੀ। ਅਤੇ ਉਸ ਤੋਂ ਬਾਅਦ ਜੋ ਸਾਡੀ ਰਾਏ ਹੁੰਦੀ ਉਹਦੇ ਬਾਰੇ ਵੀ ਆਪਾਂ ਜ਼ਰੂਰ ਦੱਸਦੇ ਹਾਂ ਜੀ। ਉਸ ਤੋਂ ਬਾਅਦ ਕੁਲਦੀਪ ਸਿੰਘ ਭਾਜੀ ਨੇ ਇੱਕ ਸਵਾਲ ਪੁੱਛਿਆ ਸੀ ਕਿ ਮੈਂ ਕਰਮੂਨੇ ਦੇ ਵਿੱਚ ਨੈਸ਼ਨਲਟੀ ਅਪਲਾਈ 2018 ਦੇ ਵਿੱਚ ਕੀਤੀ ਸੀ ਅਪ੍ਰੈਲ ਦੇ ਵਿੱਚ। ਜੇਕਰ ਕਾਨੂੰਨ 2 ਸਾਲ ਦਾ ਚੇਂਜ ਹੁੰਦਾ ਤਾਂ ਫਿਰ ਤੁਸੀਂ ਉਹਨਾਂ ਦੇ ਵਿੱਚ ਹੀ ਆਉਂਦੀਆਂ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਹੀ ਮਿਲਣੀਆਂ। ਜਿਨ੍ਹਾਂ ਨੇ ਅਕਤੂਬਰ 2018 ਤੋਂ ਬਾਅਦ ਅਪਲਾਈ ਕੀਤੀਆਂ ਨੇ ਉਹ ਵਿਚਾਰੇ ਨਿਮਾਣੀਆਂ ਚਿੜੀਆਂ ਨੇ ਫਸ ਜਾਣਾ। ਇੱਕ ਹੋਰ ਸਵਾਲ ਸੀ ਕਿ ਹਸਬੈਂਡ ਨੂੰ 4 ਸਾਲ ਦੇ ਪਹਿਲਾਂ ਮਿਲੀ ਸੀ, 4 ਸਾਲ ਦੀ ਸਿਟੀਜ਼ਨਸ਼ਿਪ ਉਹਨਾਂ ਦੇ ਬੇਸ ਉੱਤੇ ਇਟਾਲੀ ਨੈਸ਼ਨਲਟੀ ਅਪਲਾਈ ਕੀਤੀ। ਮੈਰਿਜ ਬੇਸ 'ਤੇ ਵੀ ਜੀ ਆਪਣੇ ਸਲਵੀਨੀ ਜੀ ਨੇ 4 ਸਾਲ ਦਾ ਟਾਈਮ ਹੀ ਦਿੱਤਾ ਜੀ ਕਿ 4 ਸਾਲ ਹੀ ਲੱਗਣਗੇ ਜੀ। ਸਿੰਘ ਜੀ ਦਾ ਕਮੈਂਟ ਆਇਆ ਜੀ, ਕਹਿ ਰਹੇ ਨੇ ਜੀ ਤੁਹਾਡੀ ਜਿਹੜੀ ਖਬਰ ਆ ਥੋੜ੍ਹੀ ਸ਼ਾਰਟ ਰੱਖਿਆ ਕਰੋ, ਹੌਲੀ ਹੌਲੀ 1 ਘੰਟੇ ਦੀ ਹੁੰਦੀ ਜਾ ਰਹੀ ਹੈ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਸ਼ਾਰਟ ਕਰਨ ਦੀ, ਪਰ ਕੀ ਕਰੀਏ ਵਿੱਚ ਸਾਨੂੰ ਕਮੈਂਟ ਆ ਜਾਂਦੇ ਕਿ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਹੋਵੇ ਸਾਨੂੰ ਜ਼ਰੂਰ ਦਿੱਤੀ ਜਾਵੇ। ਇੱਕ ਨਵਾਂ ਅਪਡੇਟ ਹੁਣ ਹੀ ਆਇਆ ਜੀ, ਕਾਲੀਅਰ ਦੇ ਵਿੱਚ ਇੱਕ 33 ਸਾਲ ਦਾ ਮਰੀਜ਼ ਮਰ ਗਿਆ ਜੀ, ਮੌਤ ਹੋਈ ਹੈ ਜੀ। ਪੋਜ਼ਿਟਿਵ ਦੱਸਿਆ ਜਾ ਰਿਹਾ ਜੀ ਕਿ ਪੋਜ਼ਿਟਿਵ ਸੀ ਕੋਰੋਨਾ ਵਾਇਰਸ ਦੇ ਨਾਲ। ਇੱਕ ਹੋਰ ਸਵਾਲ ਜੋ ਕਿ ਰਿੰਕੂ ਸ਼ੇਖੋ ਜੀ ਨੇ ਪੁੱਛਿਆ ਕਿ ਭਾਜੀ ਮੈਂ ਮੋਨਜ਼ਾ ਬ੍ਰਿਆਂਜ਼ਾ ਦੇ ਵਿੱਚ ਰਹਿਣਾ, ਮੋਨਜ਼ਾ ਦੇ ਪ੍ਰੋਵਿੰਚਾ ਦੇ ਵਿੱਚ ਰਹਿਣਾ, ਉਹਦੇ ਦੋਸਤ ਨੂੰ ਸਜੋਰਨੋ ਦੀ ਜਿਹੜੀ ਫਿੰਗਰਾਂ ਦੀ ਡੇਟ 2 ਸਾਲ ਬਾਅਦ ਦੀ ਮਿਲੀ ਹੈ ਕਸਤੂਰੇ ਦੇ ਵਿੱਚ, ਤਾਂ ਇਹਦਾ ਕੋਈ ਹੱਲ ਹੋ ਸਕਦਾ? ਨਹੀਂ ਜੀ, ਇਹਦਾ ਕੋਈ ਹੱਲ ਨਹੀਂ ਹੋ ਸਕਦਾ ਕਿਉਂਕਿ ਇਹ ਜੋ ਡੇਟਾਂ ਨੇ ਇਹ ਪਹਿਲਾਂ ਹੀ ਬੁੱਕ ਕੀਤੀਆਂ ਹੁੰਦੀਆਂ ਨੇ। ਤੁਸੀਂ ਜਿਸ ਟਾਈਮ ਤੁਹਾਨੂੰ ਫਿੰਗਰਾਂ ਦੀ ਡੇਟ ਪੋਸਟ ਆਫਿਸ ਦੇ ਵਿੱਚ ਮਿਲਦੀ ਹੈ ਨਾ, ਜੇ ਮੇਰੇ ਹਿਸਾਬ ਨਾਲ ਤੁਸੀਂ ਪੋਸਟ ਆਫਿਸ ਦੇ ਵਿੱਚ ਕਰਾਇਆ ਹੋਣਾ, ਉਸ ਵੇਲੇ ਇਹਨਾਂ ਤੋਂ ਪੁੱਛ ਸਕਦੇ ਆ ਪਹਿਲਾਂ ਦੀ ਡੇਟ ਹੋਵੇ। ਜੇ ਬਾਅਦ ਦੀ ਹੋਵੇ ਤਾਂ ਤੁਹਾਨੂੰ ਉਹਨਾਂ ਨੇ ਸਾਰਿਆਂ ਨੇ ਉਸ ਟਾਈਮ ਹੀ ਦੱਸ ਦੇਣਾ ਜੀ। ਚਰਨਜੀਤ ਸਿੰਘ ਜੀ ਦਾ ਸਵਾਲ ਹੈ ਜੀ, ਵੀਰ ਮੇਰਾ 2 ਮਹੀਨੇ ਦਾ ਗੈਪ ਆ, ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ? ਇੱਕ ਅਸੀਂ ਸਪੈਸ਼ਲ ਵੀਡੀਓ ਬਣਾਈ ਸੀ ਗੈਪ ਉੱਤੇ, ਵੀ ਜੇਕਰ ਕਿਸੇ ਦਾ ਗੈਪ ਹੋਵੇ ਮਹੀਨੇ ਦਾ, 2 ਸਾਲ ਦਾ, 3 ਸਾਲ ਦਾ ਹੋਵੇ ਤਾਂ ਕਿਸ ਹਿਸਾਬ ਦੇ ਨਾਲ ਕਿਹੜੀਆਂ ਚੀਜ਼ਾਂ ਦੀ ਉਹਨੂੰ ਲੋੜ ਆ,
ਅਸੀਂ ਇੱਦਾਂ ਕਰਦੇ ਹਾਂ ਜੀ। ਇੱਕ ਸਾਨੂੰ ਇੱਥੇ ਇੱਕ ਕਮੈਂਟ ਆਈ ਜੀ ਕਿ ਤੁਸੀਂ ਇਟਾਲੀਅਨ ਦੇ ਲਈ ਵੱਖਰਾ ਵੀਡੀਓ ਬਣਾਓ। ਅਸੀਂ ਇੱਕ ਵੱਖਰੀ ਹੀ ਵੀਡੀਓ ਬਣਾਵਾਂਗੇ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਸਾਡੀਆਂ ਅੱਜ ਦੀਆਂ ਕੁਝ ਖਾਸ ਖਬਰਾਂ। ਉਮੀਦ ਕਰਦੇ ਕਿ ਤੁਹਾਨੂੰ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ। ਜੇਕਰ ਤੁਹਾਨੂੰ ਸਾਡੀਆਂ ਖਬਰਾਂ ਵਧੀਆ ਲੱਗਦੀਆਂ ਤਾਂ ਸਾਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਅਸੀਂ ਦੇਖ ਰਹੇ ਸੀ ਲਾਸਟਲੇ ਮਹੀਨੇ ਵਿੱਚ ਸਾਨੂੰ ਤਕਰੀਬਨ 1,27,000 ਜਿਹੜਾ ਦੇਖ ਰਹੇ ਨੇ ਸਾਡੇ ਵਿਊਅਰ ਨੇ, 1,27,000 ਤੱਕ ਸਾਨੂੰ ਦੇਖ ਰਹੇ ਨੇ ਅਲੱਗ-ਅਲੱਗ। ਅਤੇ ਇਸ ਟਾਈਮ ਜਿਹੜਾ ਸਾਡਾ 59,000 ਤਕਰੀਬਨ 69,000 ਸਾਡੇ ਕੋਲ ਇਸ ਟਾਈਮ ਸਬਸਕ੍ਰਾਈਬ ਨੇ। ਜਿਹੜਾ 1,27,000 ਜਿਹੜੇ ਬਾਕੀ 30,000 40,000 ਬੰਦੇ ਬਿਨਾਂ ਸਬਸਕ੍ਰਾਈਬ ਕਰਨ ਤੋਂ ਸਾਨੂੰ ਦੇਖ ਰਹੇ ਨੇ ਜੀ, ਤੁਸੀਂ ਵੀ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੋਰ ਕੁਝ ਨਹੀਂ, ਸਾਡਾ ਹੌਸਲਾ ਹੀ ਵੱਧਦਾ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਿਲਾਂਗੇ ਹੁਣ ਅਸੀਂ ਆਪਣੀਆਂ ਕੱਲ੍ਹ ਦੀਆਂ ਖਬਰਾਂ ਦੇ ਵਿੱਚ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜਿੰਨਾ ਟਾਈਮ। ਮਿਲਦੇ ਹਾਂ ਜੀ ਕੱਲ੍ਹ ਦੇ ਅਪਡੇਟ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।